हेलो एवरीवन, वेलकम यू ऑल इन योर ओन चैनल लर्न एवरीथिंग। सो नैक्सट जो टॉपिक ਹੁਣ ਆਪਾਂ ਨਾਗਰਿਕ ਸ਼ਾਸਤਰ ਵਿੱਚੋਂ ਕਰਨ ਜਾ ਰਹੇ ਹਾਂ ਉਹ ਹੈ ਕੇਂਦਰੀ ਸਰਕਾਰ। ਇਹ ਵੀ ਸਿਲੇਬਸ ਦੇ ਵਿੱਚ ਇਨਕਲੂਡਡ ਹੈ। ਇੰਪੋਰਟੈਂਟ ਕੁਐਸਚਨ ਦੇਖਾਂਗੇ। ਪਹਿਲਾ ਕੁਐਸਚਨ ਹੈ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ ਹੁੰਦਾ ਹੈ। ਲੋਕ ਸਭਾ ਦੇ ਕੁੱਲ ਮੈਂਬਰ ਕਿੰਨੇ ਹੁੰਦੇ ਹਨ? 550 ਮੈਂਬਰ ਹੁੰਦੇ ਹਨ। ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕੌਣ ਕਰਦਾ ਹੈ? ਲੋਕ ਸਭਾ ਦੇ ਮੈਂਬਰ ਹੀ ਆਪਣੇ ਵਿੱਚੋਂ ਜੋ ਆ ਸਪੀਕਰ ਦੀ ਚੋਣ ਕਰਦੇ ਆ, ਜਿੱਦਾਂ ਵਿਧਾਨ ਸਭਾ ਵਿੱਚ ਸੀ। ਅੱਗੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਵਿਸ਼ਵਾਸ ਪ੍ਰਸਤਾਵ ਤੋਂ ਤੁਹਾਡਾ ਕੀ ਭਾਵ ਹੈ? ਦੇਖੋ, ਜੇਕਰ ਲੋਕ ਸਭਾ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦੇਵੇ ਤਾਂ ਇਹਨਾਂ ਨੂੰ ਆਪਣੇ ਅਹੁਦਿਆਂ ਤੋਂ ਤਿਆਗ ਪੱਤਰ ਦੇਣਾ ਪੈਂਦਾ ਹੈ। ਮਤਲਬ ਉਹ ਸਾਰੇ ਸਸਪੈਂਡ ਹੋ ਜਾਂਦੇ ਆ। ਠੀਕ ਹੈ। ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਲੋਕ ਸਭਾ ਦਾ ਮੈਂਬਰ ਹੋਣ ਲਈ ਘੱਟੋ ਘੱਟ 25 ਸਾਲ ਉਮਰ ਹੋਣੀ ਚਾਹੀਦੀ ਹੈ। ਅਤੇ ਰਾਸ਼ਟਰਪਤੀ ਲੋਕ ਸਭਾ ਵਿੱਚ ਕਦੋਂ ਅਤੇ ਕਿੰਨੇ ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ? ਰਾਸ਼ਟਰਪਤੀ ਸਿਰਫ 2 ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ। ਉਹ ਉਹਨਾਂ ਨੂੰ ਤਦ ਤੱਕ ਨਾਮਜ਼ਦ ਕਰਦਾ ਹੈ ਜਦੋਂ ਐਂਗਲੋ ਇੰਡੀਅਨ ਸਮੁਦਾਇ ਨੂੰ ਲੋਕ ਸਭਾ ਵਿੱਚ ਉਚਿਤ ਪ੍ਰਤੀਨਿਧਤਾ ਨਾ ਮਿਲੇ। ਰਾਜ ਸਭਾ ਦੇ ਬਾਰੇ ਕੁਝ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਹੈ ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਹੋ ਸਕਦੇ ਹਨ? 250 ਮੈਂਬਰ ਹੋ ਸਕਦੇ ਹਨ। ਰਾਸ਼ਟਰਪਤੀ ਕਿੰਨੇ ਮੈਂਬਰਾਂ ਅਤੇ ਕਿੰਨੇ ਆਧਾਰਾਂ 'ਤੇ ਨਾਮਜ਼ਦ ਕਰਦਾ ਹੈ? ਵਿਗਿਆਨ, ਕਲਾ, ਸਾਹਿਤਯ, ਸਮਾਜ ਸੇਵਾ। ਠੀਕ ਹੈ। ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ 12 ਵਿਅਕਤੀਆਂ। ਠੀਕ ਹੈ, 12 ਵਿਅਕਤੀਆਂ ਨੂੰ ਕਰਦਾ ਆ। ਧਿਆਨ ਰੱਖਣਾ। ਲੋਕ ਸਭਾ ਦੇ ਵਿੱਚ ਕਿੰਨਿਆਂ ਨੂੰ ਕਰਦਾ ਸੀ? 2 ਅਤੇ ਰਾਜ ਸਭਾ ਵਿੱਚ 12। ਉਸ ਤੋਂ ਬਾਅਦ ਹੈ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਆ? 30 ਸਾਲ। ਸੇਮ ਹੀ ਆ ਜਿੱਦਾਂ ਆਪਾਂ ਰਾਜ ਸਰਕਾਰ 'ਚ ਕੀਤਾ ਸੀ ਨਾ ਵਿਧਾਨ ਪ੍ਰੀਸ਼ਦ, ਉੱਦਾਂ ਹੀ ਰਾਜ ਸਭਾ ਵਿੱਚ ਇਹ ਵਿੱਚ ਰਾਜ ਸਭਾ ਵਿੱਚ ਹੈ ਜਿੱਦਾਂ ਉੱਥੇ ਵਿਧਾਨ ਸਭਾ ਸੀ, ਉੱਦਾਂ ਇੱਥੇ ਲੋਕ ਸਭਾ 'ਚ ਸੇਮ ਹੀ ਚੱਲ ਰਹੀਆਂ ਆ ਉਮਰ। ਠੀਕ ਹੈ, ਕਿੰਨੀ ਹੋਣੀ ਚਾਹੀਦੀ ਆ? ਅਤੇ ਕਾਰਜਕਾਲ ਕਿੰਨਾ ਹੁੰਦਾ? 6 ਸਾਲ ਹੁੰਦਾ। ਰਾਜ ਸਭਾ ਦੇ ਮੈਂਬਰ ਕਿਵੇਂ ਅਤੇ ਕੌਣ ਚੋਣ ਕਰਦਾ ਹੈ? ਰਾਜ ਸਭਾ ਦੇ ਮੈਂਬਰ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਕਰਦੇ ਆ। ਠੀਕ ਹੈ। ਸੋ ਨੈਕਸਟ ਕਰਦੇ ਹਾਂ ਜੀ। ਹੇਠ ਲਿਖਿਆਂ ਵਿੱਚ ਦੇ ਉੱਤਰ ਦਿਓ। ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ? ਰਾਸ਼ਟਰਪਤੀ ਸੰਸਦ ਵਿੱਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ। ਕੌਣ ਕਰਦਾ ਹੈ? ਮਤਲਬ ਰਾਸ਼ਟਰਪਤੀ ਕਰਦਾ, ਸੰਸਦ ਵਿੱਚ ਜਿਹੜਾ ਬਹੁਮਤ ਪ੍ਰਾਪਤ ਕਰਕੇ ਆਉਂਦਾ ਹੈ ਨਾ ਨੇਤਾ, ਉਹਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ। ਰਾਸ਼ਟਰਪਤੀ ਕਿੰਨੇ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਹੁੰਦੀਆਂ? ਦੇਖੋ, 3 ਤਰ੍ਹਾਂ ਦੀਆਂ ਹੁੰਦੀਆਂ। ਰਾਸ਼ਟਰੀ ਸੰਕਟ ਮਤਲਬ ਨੈਸ਼ਨਲ ਐਮਰਜੈਂਸੀ ਦਾ ਲੱਗਦੀ ਆ। ਠੀਕ ਹੈ। ਰਾਜ ਦਾ ਸੰਵਿਧਾਨਿਕ ਸੰਕਟ ਅਤੇ ਵਿੱਤੀ ਸੰਕਟ ਦਾ ਫਾਈਨੈਂਸ਼ੀਅਲ ਐਮਰਜੈਂਸੀ ਹੁੰਦੀ ਹੈ। ਠੀਕ ਹੈ। ਸੋ ਇਹਦੇ ਵਿੱਚ ਅੰਦਰੂਨੀ ਹਮਲਾ ਜਾਂ ਫਿਰ ਅੰਦਰੂਨੀ ਕੋਈ ਬਗਾਵਤ ਦੇ ਨਾਲ ਇਹ ਹੁੰਦੀ ਹੈ। ਠੀਕ ਹੈ। ਸੋ ਸਰਵ ਉੱਚ ਅਦਾਲਤ ਦੇ ਜੱਜਾਂ ਦੀ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਆ? ਭਾਰਤ ਦਾ ਨਾਗਰਿਕ ਹੋਵੇ, ਕਿਸੇ ਉੱਚ ਅਦਾਲਤ ਵਿੱਚ 5 ਸਾਲ ਤੱਕ ਜਾਂ ਤਾਂ ਜੱਜ ਦੇ ਅਹੁਦੇ 'ਤੇ ਰਿਹਾ ਹੋਵੇ ਜਾਂ ਫਿਰ ਉਹ ਜਿਹੜੀਆਂ ਦੂਸਰੀਆਂ ਵਧੇਰੇ ਉੱਚ ਅਦਾਲਤਾਂ ਹਨ ਉਹਦੇ ਵਿੱਚ 10 ਸਾਲ ਤੱਕ ਵਕੀਲ ਦੇ ਰੂਪ ਵਿੱਚ ਉਹਨੇ ਕੰਮ ਕੀਤਾ ਹੋਵੇ। ਜੇ ਜੱਜ ਹੋਵੇ ਤਾਂ 5 ਸਾਲ ਤੱਕ, ਨਹੀਂ ਤਾਂ 10 ਸਾਲ ਤੱਕ ਉਹਨੇ ਵਕੀਲ ਦਾ ਕੰਮ ਕੀਤਾ ਹੋਵੇ। ਨੈਕਸਟ ਹੈ ਜੀ ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ। ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਹੁੰਦੀ ਹੈ ਅਤੇ ਇਹਦਾ ਕਾਰਜਕਾਲ ਜਿਹੜਾ 65 ਸਾਲ ਦੀ ਉਮਰ ਤੱਕ ਹੁੰਦਾ ਹੈ। ਠੀਕ ਹੈ। ਜਿੱਦਾਂ ਆਪਾਂ ਕੱਲ੍ਹ ਕੀਤਾ ਸੀ ਨਾ ਹਾਈ ਕੋਰਟ ਦੇ ਵਿੱਚ ਜਿਹੜਾ 62 ਸਾਲ ਤੱਕ ਹੁੰਦਾ, ਸੋ ਇੱਥੇ 65 ਸਾਲ ਤੱਕ। ਭਾਰਤੀ ਸੰਸਦ ਤੋਂ ਕੀ ਭਾਵ ਹੈ? ਭਾਰਤ ਵਿੱਚ ਕੇਂਦਰੀ ਵਿਧਾਨ ਪਾਲਿਕਾ ਨੂੰ ਸੰਸਦ ਜਾਂ ਪਾਰਲੀਮੈਂਟ ਕਹਿੰਦੇ ਆ। ਲੋਕ ਸਭਾ ਦਾ ਮੈਂਬਰ ਬਣਨ ਲਈ ਇੱਕ ਮੁੱਖ ਯੋਗਤਾ ਹੋਣੀ ਚਾਹੀਦੀ ਆ। ਪਤਾ ਹੀ ਤੁਹਾਨੂੰ ਦੱਸਿਆ ਸੀ, ਭਾਰਤ ਦਾ ਨਾਗਰਿਕ ਹੋਵੇ, ਘੱਟੋ ਘੱਟ ਉਮਰ ਉਹਦੀ 25 ਸਾਲ ਹੋਣੀ ਚਾਹੀਦੀ ਹੈ। ਲੋਕ ਸਭਾ ਦੇ ਸਪੀਕਰ ਦਾ ਇੱਕ ਮੁੱਖ ਕੰਮ ਲਿਖੋ। ਇਹ ਮਤਲਬ ਪੂਰੀ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਇਹੀ ਕਰਦਾ ਹੈ। ਸਧਾਰਨ ਬਿੱਲ ਅਤੇ ਵਿੱਤੀ ਬਿੱਲ 'ਚ ਕੀ ਫਰਕ ਹੁੰਦਾ? ਜਿਹੜਾ ਸਧਾਰਨ ਬਿੱਲ ਆ ਤੁਸੀਂ ਕਿਸੇ ਵੀ ਸਦਨ 'ਚ ਪੇਸ਼ ਕਰ ਸਕਦੇ ਹੋ, ਲੋਕ ਸਭਾ ਜਾਂ ਰਾਜ ਸਭਾ ਕਿਤੇ ਵੀ। ਪਰ ਜਿਹੜਾ ਵਿੱਤੀ ਬਿੱਲ ਹੁੰਦਾ, ਠੀਕ ਹੈ, ਜਿਹੜਾ ਫਾਈਨੈਂਸ਼ੀਅਲ ਬਿੱਲ ਹੁੰਦਾ ਆ, ਉਹ ਤੁਸੀਂ ਸਿਰਫ ਲੋਕ ਸਭਾ 'ਚ ਹੀ ਪੇਸ਼ ਕਰ ਸਕਦੇ ਹਾਂ ਪਹਿਲਾਂ। ਠੀਕ ਹੈ। ਪਹਿਲਾਂ ਉਹਨੂੰ ਜਦ ਕਿ ਵਿੱਤੀ ਬਿੱਲ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤੇ ਜਾਂਦੇ ਹਨ ਅਤੇ ਉਹ ਵੀ ਸਿਰਫ ਕਿਸੇ ਮੰਤਰੀ ਵੱਲੋਂ, ਅਤੇ ਉਹ ਕੋਈ ਆਮ ਬੰਦਾ ਵੀ ਕੋਈ ਕਰ ਸਕਦਾ। ਇਹਦੇ ਵਿੱਚ ਜਿਹੜਾ ਆ ਇਹ ਕਿਸੇ ਮੰਤਰੀ ਵੱਲੋਂ ਹੀ ਕੀਤਾ ਜਾਂਦਾ। ਰਾਸ਼ਟਰਪਤੀ ਕਿਸੇ ਬਿੱਲ ਸੰਬੰਧੀ ਉਹਦੇ ਕੋਲ ਕੀ ਸ਼ਕਤੀਆਂ ਹਨ? ਅਕਸਰ ਰਾਸ਼ਟਰਪਤੀ ਦਸਤਖਤ ਕਰਕੇ ਬਿੱਲ ਨੂੰ ਮਨਜ਼ੂਰੀ ਦੇ ਦਿੰਦਾ ਹੈ ਜਾਂ ਉਹ ਉਸ ਨੂੰ ਸੰਸਦ ਵਿੱਚ ਦੋਹਾਂ ਸਦਨਾਂ ਕੋਲ ਦੁਬਾਰਾ ਵਿਚਾਰ ਕਰੋ ਉਸ ਲਈ ਭੇਜ ਦਿੰਦਾ ਹੈ, ਪਰ ਦੂਸਰੀ ਵਾਰ ਰਾਸ਼ਟਰਪਤੀ ਨੂੰ ਆਪਣੀ ਪ੍ਰਵਾਨਗੀ ਦੇਣੀ ਹੀ। ਨੈਕਸਟ ਹੈ ਸੰਸਦ ਦੁਆਰਾ ਕਾਰਜਪਾਲਿਕਾ ਉੱਤੇ ਨਿਯੰਤਰਣ ਦੀ ਕੋਈ ਇੱਕ ਵਿਧੀ ਦੱਸੋ। ਮਤਲਬ ਸੰਸਦ ਕਿੱਦਾਂ ਕਾਰਜਪਾਲਿਕਾ ਉੱਤੇ ਨਿਯੰਤਰਣ ਕਰਦੀ ਹੈ? ਸੰਸਦ ਜਿਹੜੀ ਆ ਅਵਿਸ਼ਵਾਸ ਦਾ ਮਤਾ ਪਾਸ ਕਰਕੇ, ਠੀਕ ਹੈ, ਸਰਕਾਰ ਨੂੰ ਹਟਾ ਸਕਦੀ ਆ। ਸੰਸਦ ਦੀ ਪ੍ਰਣਾਲੀ ਤੋਂ ਕੀ ਭਾਵ ਹੈ? ਸੰਸਦ ਪ੍ਰਣਾਲੀ ਤੋਂ ਭਾਵ ਸ਼ਾਸਨ ਦੀ ਉਹ ਪ੍ਰਣਾਲੀ ਹੈ ਜਿਸ ਵਿੱਚ ਸੰਸਦ ਜਿਹੜੀ ਆ ਰਾਜ ਦੀ ਸਰਵ ਉੱਚ
ਮਤਲਬ ਸਭ ਤੋਂ ਉੱਚੀ ਸੰਸਥਾ ਉਹੀ ਹੁੰਦੀ ਹੈ। ਵਿੱਤੀ ਸੰਕਟ ਤੋਂ ਭਾਵ ਕੀ ਹੈ, ਜਦੋਂ ਆਰਥਿਕ ਹਾਲਾਤ ਨਹੀਂ ਸਹੀ ਰਹਿੰਦੇ, ਮਤਲਬ ਫਾਈਨੈਂਸ਼ੀਅਲ ਕੰਡੀਸ਼ਨ ਸਹੀ ਨਹੀਂ ਰਹਿੰਦੀ। ਰਾਸ਼ਟਰ ਤੇ ਉਪ ਰਾਸ਼ਟਰ ਦੀ ਚੋਣ ਸੰਬੰਧੀ ਚੋਣ ਮੰਡਲਾਂ ਵਿੱਚ ਕੀ ਫਰਕ ਹੈ? ਰਾਸ਼ਟਰਪਤੀ ਦੀ ਚੋਣ ਸੰਬੰਧੀ ਜੋ ਚੋਣ ਮੰਡਲ ਵਿੱਚ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰ ਦੋਨੇ ਸ਼ਾਮਲ ਹੁੰਦੇ ਆ। ਸੰਸਦ ਦੇ ਵੀ, ਵਿਧਾਨ ਸਭਾ ਦੇ ਮੈਂਬਰ ਵੀ ਸ਼ਾਮਲ ਹੁੰਦੇ ਆ। ਜਦ ਕਿ ਜਿਹੜੀ ਉਪ ਰਾਸ਼ਟਰ ਦੀ ਚੋਣ ਸੰਬੰਧੀ ਉਹਦੇ ਵਿੱਚ ਸਿਰਫ ਸੰਸਦ ਦੇ ਹੀ ਮੈਂਬਰ ਸ਼ਾਮਲ ਹੁੰਦੇ ਆ। ਠੀਕ ਹੈ। ਉਪ ਰਾਸ਼ਟਰਪਤੀ ਦਾ ਇੱਕ ਕੰਮ ਲਿਖੋ। ਉਹ ਰਾਜ ਸਭਾ ਦੇ ਸਭਾਪਤੀ ਦੇ ਤੌਰ ਤੇ ਕੰਮ ਕਰਦਾ ਹੈ। ਹੀ ਇਜ਼ ਦ ਐਕਸ ਆਫੀਸ਼ੀਅਲ ਚੇਅਰਮੈਨ ਆਫ ਰਾਜ ਸਭਾ ਆਲਸੋ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਠੀਕ ਹੈ, ਕੁਐਸਚਨ ਬਣਦਾ। ਸੋ ਇਹ ਰਾਜ ਸਭਾ ਦਾ ਸਭਾਪਤੀ ਜਾਂ ਅਸੀਂ ਫਿਰ ਕਹਿ ਸਕਦੇ ਐਕਸ ਆਫੀਸ਼ੀਅਲ ਚੇਅਰਮੈਨ ਆਫ ਰਾਜ ਸਭਾ। ਨੈਕਸਟ ਹੈ ਜੀ, ਮੰਤਰੀ ਪਰਿਸ਼ਦ ਵਿੱਚ ਕਿਹੜੀ ਕਿਸਮ ਦੇ ਮੰਤਰੀ ਹੁੰਦੇ ਆ? ਉਹਦੇ ਵਿੱਚ ਮੰਤਰੀ ਪਰਿਸ਼ਦ ਦੇ ਵਿੱਚ ਜੋ ਕਾਉਂਸਲ ਆਫ ਮਿਨਿਸਟਰ ਹੈ ਉਹਦੇ ਵਿੱਚ ਰਾਜ ਮੰਤਰੀ, ਉਪ ਮੰਤਰੀ, ਸੰਸਦੀ ਸਕੱਤਰ, ਇਹ ਤਿੰਨੋਂ ਹੀ ਹੁੰਦੇ ਆ। ਬਿੱਲ ਦੀ ਪੜ੍ਹਤ ਤੋਂ ਕੀ ਭਾਵ ਹੈ? ਸੰਸਦ ਵਿੱਚ ਕਿਸੇ ਬਿੱਲ ਦੇ ਪੇਸ਼ ਕਰਨ ਤੋਂ ਬਾਅਦ ਦੋਹਾਂ ਸਦਨਾਂ ਵਿੱਚ ਹੋਣ ਵਾਲੇ ਵਿਚਾਰ ਵਟਾਂਦਰੇ ਨੂੰ ਉਹਨੂੰ ਕਹਿੰਦੇ ਬਿੱਲ ਦੀ ਪੜ੍ਹਤ। ਕੰਮ ਰੋਕੂ ਮਤਾ ਕੀ ਹੁੰਦਾ ਹੈ? ਕੰਮ ਰੋਕੂ ਮਤੇ ਰਾਹੀਂ ਸੰਸਦ ਦੇ ਮੈਂਬਰ ਨਿਸ਼ਚਿਤ ਪ੍ਰੋਗਰਾਮ ਦੀ ਥਾਂ ਉੱਤੇ ਸਰਕਾਰ ਦਾ ਧਿਆਨ ਕਿਸੇ ਗੰਭੀਰ ਘਟਨਾ 'ਤੇ ਦਿਵਾਉਂਦੇ ਆ। ਮਤਲਬ ਕਿ ਉਹ ਜਿਹੜੀ ਮਤਲਬ ਜਿੱਦਾਂ ਹੁੰਦਾ ਨਾ ਕੋਈ ਗੰਭੀਰ ਮਸਲਾ ਹੈਗਾ ਉਹਦੇ 'ਤੇ ਉਹਨਾਂ ਨੇ ਸਰਕਾਰ ਦਾ ਜਿਹੜਾ ਧਿਆਨ ਦਿਵਾਉਣਾ ਹੈ। ਠੀਕ ਹੈ। ਪ੍ਰਸ਼ਨ ਕਾਲ ਉੱਤਰ ਦਾ ਅਰਥ ਦੱਸੋ। ਪ੍ਰਸ਼ਨ ਕਾਲ ਉੱਤਰ ਦਾ ਸੰਸਦ ਦੇ ਦੋਹਾਂ ਸਦਨਾਂ ਵਿੱਚ ਹਰ ਰੋਜ਼ ਪਹਿਲਾ 1 ਘੰਟਾ ਜਿਹੜਾ ਹੈ ਉਹ ਪ੍ਰਸ਼ਨ ਕਾਲ ਉੱਤਰ ਹੀ ਅਖਵਾਉਂਦਾ ਹੈ। ਡੇਲੀ ਜਿਹੜੀ 1 ਘੰਟਾ ਪਹਿਲਾਂ ਡਿਸਕਸ਼ਨ ਹੁੰਦੀ ਆ ਉਹਨੂੰ ਕੁਐਸਚਨ ਆਨਸਰ ਰਾਊਂਡ ਹੀ ਕਹਿੰਦੇ ਆ। ਸੰਸਦ ਕਿਹੜੀਆਂ ਸੂਚੀਆਂ ਦੇ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ? ਸੰਸਦ ਸੰਘ ਸੂਚੀ ਤੇ ਸਮਵਰਤੀ ਮਤਲਬ ਸੈਂਟਰ ਦੇ ਕੰਕੂਰੈਂਟ ਲਿਸਟ ਜਿਹੜੀ ਆ ਦੋਨਾਂ ਤੋਂ ਹੀ ਕਾਨੂੰਨ ਬਣਾ ਸਕਦੀ ਹੈ। ਰਾਜ ਸਭਾ ਦੀ ਮੈਂਬਰੀ ਲਈ ਕੋਈ ਇੱਕ ਯੋਗਤਾ ਲਿਖੋ। ਉਹਦੇ ਲਈ ਤੁਹਾਡੀ ਘੱਟੋ ਘੱਟ ਉਮਰ ਜੀ 30 ਸਾਲ ਹੋਣੀ ਚਾਹੀਦੀ ਹੈ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਸੰਸਦ ਦਾ ਕੋਈ ਇੱਕ ਮਹੱਤਵਪੂਰਨ ਕੰਮ ਲਿਖੋ। ਕਾਨੂੰਨ ਬਣਾਉਣਾ। ਠੀਕ ਹੈ। ਬਜਟ ਤੇ ਵਿੱਤੀ ਬਿੱਲਾਂ ਦੇ ਸੰਬੰਧ ਵਿੱਚ ਆਪਣੇ ਅਧਿਕਾਰਾਂ ਦੇ ਮਾਧਿਅਮ ਨਾਲ ਸਰਕਾਰ ਦੇ ਖਰਚਿਆਂ 'ਤੇ ਵੀ ਨਿਯੰਤਰਣ ਹੀ ਕਰਦੀ ਆ। ਸੰਸਦ ਦਾ ਮੁੱਖ ਕੰਮ ਕੀ ਹੈ? ਦੇਸ਼ ਲਈ ਕਾਨੂੰਨ ਬਣਾਉਣਾ। ਠੀਕ ਹੈ, ਲੈਜਿਸਲੇਟਿਵ ਇਹੀ ਹੈ। ਬਿੱਲ ਕਿਸ ਨੂੰ ਆਖਦੇ ਹਨ? ਜਿਹੜਾ ਵੀ ਪ੍ਰਸਤਾਵਿਤ ਕਾਨੂੰਨ ਹੈ, ਠੀਕ ਹੈ, ਉਹਨੂੰ ਅਸੀਂ ਬਿੱਲ ਕਹਿੰਦੇ ਹਾਂ। ਕੋਈ ਬਿੱਲ ਵਿੱਤੀ ਬਿੱਲ ਹੈ ਜਾਂ ਨਹੀਂ, ਫੈਸਲਾ ਕੌਣ ਕਰਦਾ ਹੈ? ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ। ਦਿਸ ਵੈਰੀ ਇੰਪੋਰਟੈਂਟ ਕੁਐਸਚਨ, ਇਹ ਵੀ ਪੇਪਰ 'ਚ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਕਿ ਕੌਣ ਡਿਸਾਈਡ ਕਰਦਾ ਕਿ ਜਿਹੜਾ ਬਿੱਲ ਆ ਉਹ ਫਾਈਨੈਂਸ਼ੀਅਲ ਬਿੱਲ ਹੈ ਜਾਂ ਨਹੀਂ, ਉਹ ਸਪੀਕਰ ਆਫ ਲੋਕ ਸਭਾ ਹੀ ਡਿਸਾਈਡ ਕਰਦਾ। ਵਿੱਤੀ ਬਿੱਲ ਕੌਣ ਪੇਸ਼ ਕਰ ਸਕਦਾ ਹੈ? ਵਿੱਤੀ ਬਿੱਲ ਸਿਰਫ ਕੋਈ ਮੰਤਰੀ ਹੀ ਪੇਸ਼ ਕਰ ਸਕਦਾ ਹੈ। ਤੁਹਾਨੂੰ ਵੀ ਦੱਸਿਆ ਸੀ ਇਹ ਪਹਿਲਾਂ, ਲੋਕ ਸਭਾ 'ਚ ਹੀ ਪੇਸ਼ ਕੀਤਾ ਜਾਂਦਾ ਆ। ਬਿੱਲ ਕਿੰਨੀ ਤਰ੍ਹਾਂ ਦੇ ਹੁੰਦੇ? 2 ਤਰ੍ਹਾਂ ਦੇ, ਸਧਾਰਨ ਬਿੱਲ ਜਾਂ ਵਿੱਤੀ ਬਿੱਲ। ਠੀਕ ਹੈ। ਲੋਕ ਸਭਾ ਵੱਲੋਂ ਪਾਸ ਕੀਤਾ ਵਿੱਤੀ ਬਿੱਲ ਨੂੰ ਰਾਜ ਸਭਾ ਦੇ ਅੱਗੇ ਕਿੰਨੇ ਦਿਨ ਤੱਕ? ਸਿਰਫ 14 ਦਿਨ ਤੱਕ ਰੋਕ ਕੇ ਰੱਖ ਸਕਦੀ। ਅਸੀਂ ਪਹਿਲਾਂ ਵੀ ਕੀਤਾ ਸੀ ਕਿ ਲੋਕ ਸਭਾ ਦੇ ਲਈ ਵਿੱਤੀ ਬਿੱਲ ਉੱਤੇ ਰਾਜ ਸਭਾ ਵੱਲੋਂ ਦਿੱਤੀ ਗਈ ਕੋਈ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਹੈ। ਦੇਖੋ ਲੋਕ ਸਭਾ ਨਾ ਅੱਗੇ ਜਿਹੜਾ ਰਾਜ ਸਭਾ ਨੂੰ ਵਿੱਤੀ ਬਿੱਲ ਭੇਜਦੀ ਆ, ਉਹ 'ਤੇ ਜੇ ਕੋਈ ਸੁਝਾਅ ਦਿੰਦੇ ਉਹ ਲੋਕ ਸਭਾ ਦੀ ਮੁੜ ਕੇ ਮਰਜ਼ੀ ਆ ਮੰਨਣਾ ਜਾਂ ਨਹੀਂ ਮੰਨਣਾ। ਕੋਈ ਉਹਨਾਂ 'ਤੇ ਇਹ ਬਾਈਂਡ ਨਹੀਂ ਹੁੰਦਾ ਕੰਡੀਸ਼ਨਸ। ਠੀਕ ਹੈ, ਉਹਨਾਂ ਦੀ ਮਰਜ਼ੀ ਹੁੰਦੀ। ਨੈਕਸਟ ਹੈ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ। ਠੀਕ ਹੈ। ਰਾਸ਼ਟਰਪਤੀ ਨੂੰ ਕਿੰਨੀ ਮਾਸਿਕ ਤਨਖਾਹ ਮਿਲਦੀ ਹੈ? ਪੁਰਾਣੇ ਦੇ ਅਕੋਰਡਿੰਗ ਜਾਂ ਨਿਊ ਦੇ ਅਕੋਰਡਿੰਗ ਤੁਸੀਂ ਚੈੱਕ ਕਰ ਲੈਣੀ ਨੈੱਟ 'ਤੇ। ਰਾਸ਼ਟਰਪਤੀ ਦਾ ਇੱਕ ਕਾਰਜਪਾਲਿਕਾ ਸੰਬੰਧੀ ਅਧਿਕਾਰ ਲਿਖੋ। ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ। ਠੀਕ ਹੈ। ਪ੍ਰਧਾਨ ਮੰਤਰੀ ਨੂੰ ਕੌਣ ਨਿਯੁਕਤ ਕਰਦਾ? ਰਾਸ਼ਟਰਪਤੀ। ਤੇ ਉਹਦੀ ਸਲਾਹ ਨਾਲ, ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੀ ਉਹ ਬਾਕੀ ਮੰਤਰੀ ਪਰਿਸ਼ਦ ਦੇ ਜਿੰਨੇ ਮੈਂਬਰ ਆ ਉਹਨਾਂ ਦੀ ਵੀ ਚੋਣ ਕਰਦਾ ਹੈ। ਉਹ ਸਰਵਉੱਚ ਅਦਾਲਤ ਦੇ ਮੁੱਖ ਜੱਜ ਜਿਹੜੇ ਹੁੰਦੇ ਆ, ਠੀਕ ਹੈ, ਤੇ ਰਾਜਦੂਤ ਜਿੰਨੇ ਵੀ ਆ ਉਹਨਾਂ ਨੂੰ ਵੀ ਨਿਯੁਕਤ ਕਰਦਾ ਹੈ। ਨੈਕਸਟ ਹੈ, ਭਾਰਤ ਦੀਆਂ 3 ਹਥਿਆਰਬੰਦ ਸੈਨਾਵਾਂ ਦਾ ਮੁਖੀ ਕੌਣ ਹੁੰਦਾ? ਉਹ ਰਾਸ਼ਟਰਪਤੀ ਹੀ ਹੁੰਦੇ ਹਨ। ਪ੍ਰਧਾਨ ਮੰਤਰੀ ਨੂੰ ਕਿਸ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ? ਦੱਸਿਆ ਸੀ ਹੁਣੀ, ਰਾਸ਼ਟਰਪਤੀ ਦੁਆਰਾ। ਅਧਿਆਦੇਸ਼ ਕੌਣ ਜਾਰੀ ਕਰਦਾ ਹੈ? ਜੇ ਸੰਸਦ ਇਜਲਾਸ ਚੱਲ ਨਾ ਰਿਹਾ ਹੋਵੇ ਤਾਂ ਰਾਸ਼ਟਰਪਤੀ ਆਰਡੀਨੈਂਸ, ਜਿੱਦਾਂ ਆਰਡੀਨੈਂਸ ਪਾਸ ਕਰਨ ਦੀ ਹੁੰਦੀ, ਮਤਲਬ ਕਿ ਜੇ ਜਿਹੜੀ ਪਾਰਲੀਮੈਂਟ ਆ ਉਹ ਸੈਸ਼ਨ ਦੇ ਵਿੱਚ ਨਹੀਂ ਹੈ, ਉੱਥੇ ਹੌਲੀਡੇਜ਼ ਚੱਲ ਰਹੀਆਂ ਹੈ ਨਾ, ਤਾਂ ਉਸ ਟਾਈਮ ਆਰਡੀਨੈਂਸ ਜਿਹੜਾ ਆ ਉਹ ਕਿਹਦੇ ਦੁਆਰਾ ਪਾਸ ਕੀਤਾ ਜਾ ਸਕਦਾ ਆ? ਮਤਲਬ ਐਟ ਏ ਟਾਈਮ ਕੋਈ ਬਿੱਲ ਬਣਾਉਣ ਦੀ ਲੋੜ ਪੈ ਗਈ ਹੈ ਤੇ ਉਹ ਬਣਾਏਗਾ ਰਾਸ਼ਟਰਪਤੀ। ਬਟ ਇਹਦਾ ਸਿਰਫ 6 ਮਹੀਨਿਆਂ ਲਈ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ ਆ ਤੇ ਮਤਲਬ ਕਿ ਉਸ ਤੋਂ ਬਾਅਦ ਕਰਨਾ ਪੈਂਦਾ ਦੁਬਾਰਾ ਉਹਨੂੰ ਸੰਸਦ ਵੱਲੋਂ ਪਾਸ। ਅਧਿਆਦੇਸ਼ ਵੱਧ ਤੋਂ ਵੱਧ ਸੰਸਦ ਦਾ ਅਗਲਾ ਇਜਲਾਸ ਸ਼ੁਰੂ ਹੋਣ ਤੋਂ 6 ਹਫ਼ਤੇ ਬਾਅਦ ਤੱਕ ਜਾਰੀ ਰਹਿ ਸਕਦਾ ਹੈ। ਜੇ ਅਗਲਾ ਇਜਲਾਸ ਸ਼ੁਰੂ ਹੋ ਜਾਂਦਾ ਸੈਸ਼ਨ, ਉਸ ਤੋਂ 6 ਹਫ਼ਤੇ ਬਾਅਦ ਤੱਕ ਇਹ ਜਾਰੀ ਰਹਿ ਸਕਦਾ ਹੈ। ਰਾਸ਼ਟਰਪਤੀ ਦਾ ਇੱਕ ਕਾਨੂੰਨ ਲਿਖੋ। ਇਹ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ। ਸੰਸਦ ਵੱਲੋਂ ਜਿਹੜਾ ਬਿੱਲ ਪਾਸ ਕੀਤਾ ਹੈ ਉਸ 'ਤੇ
ਮਤਲਬ ਉਹਦੇ ਦਸਤਖਤ ਜਦੋਂ ਹੁੰਦੇ ਆ, ਸਿਗਨੇਚਰ ਹੁੰਦੇ, ਉਸ ਤੋਂ ਬਾਅਦ ਹੀ ਉਹ ਕਾਨੂੰਨ ਬਣਦਾ ਹੈ। ਰਾਸ਼ਟਰਪਤੀ ਦਾ ਇੱਕ ਵਿੱਤੀ ਅਧਿਕਾਰ, ਸੋ ਪਤਾ ਹੈ ਤੁਹਾਨੂੰ, ਹਰੇਕ ਸਾਲ ਜਿਹੜਾ ਬਜਟ ਤਿਆਰ ਕਰਵਾ ਕੇ ਉਹਨੂੰ ਸੰਸਦ 'ਚ ਪੇਸ਼ ਕਰਵਾਉਂਦਾ ਹੈ। ਰਾਸ਼ਟਰਪਤੀ ਦੀ ਆਗਿਆ ਤੋਂ ਬਗੈਰ ਕੋਈ ਵਿੱਤੀ ਬਿੱਲ, ਜਿੱਦਾਂ ਕੋਈ ਵੀ ਫਾਈਨੈਂਸ਼ੀਅਲ ਬਿੱਲ ਆ ਨਾ, ਉਹ ਪਹਿਲਾਂ ਰਾਸ਼ਟਰਪਤੀ ਦੀ ਹੀ ਉਹਦੇ ਤੋਂ ਮਨਜ਼ੂਰੀ ਲਈ ਜਾਂਦੀ ਆ, ਫਿਰ ਹੀ ਉਹ ਜਿਹੜਾ ਪੇਸ਼ ਕੀਤਾ ਜਾਂਦਾ ਸਿੱਧਾ ਜਾ ਕੇ ਪਹਿਲਾਂ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ। ਠੀਕ ਆ। ਰਾਸ਼ਟਰਪਤੀ ਦਾ ਇੱਕ ਨਿਆਇਕ ਅਧਿਕਾਰ ਲਿਖੋ। ਨਿਆਂ ਦੇ ਨਾਲ ਰਿਲੇਟਡ ਉੱਚ ਅਦਾਲਤ ਤੇ ਸਰਵਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਹੀ ਕੀਤੀ ਜਾਂਦੀ ਹੈ। ਕਿਸੇ ਅਪਰਾਧੀ ਦੀ ਸਜ਼ਾ ਘੱਟ ਕਰਨੀ, ਮਾਫ਼ ਕਰਨੀ, ਉਹ ਸਾਰਾ ਵੀ ਇਹਨਾਂ ਦੇ ਹੱਥ 'ਚ ਹੀ ਹੁੰਦਾ ਹੈ। ਕੇਂਦਰੀ ਸਰਕਾਰ ਦਾ ਅਸਲੀ ਮੁਖੀ ਤਾਂ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਜਿੱਦਾਂ ਰਾਜ ਸਰਕਾਰ ਦੇ ਵਿੱਚ ਕੀਤਾ ਸੀ ਨਾ ਆਪਾਂ, ਰਾਜ ਦਾ ਅਸਲੀ ਮੁੱਖ ਮੰਤਰੀ ਹੁੰਦਾ ਸੀ, ਇੱਦਾਂ ਹੀ ਕੇਂਦਰ ਸਰਕਾਰ ਦਾ ਅਸਲੀ ਮੁਖੀ ਹੁੰਦਾ ਹੈ, ਉਹ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਨੈਕਸਟ ਹੈ, ਭਾਰਤ ਦਾ ਰਾਸ਼ਟਰਪਤੀ ਬਣਨ ਲਈ ਕਿੰਨੀ ਉਮਰ ਚਾਹੀਦੀ ਹੈ? ਘੱਟੋ ਘੱਟ 35 ਸਾਲ। ਠੀਕ ਹੈ। ਪ੍ਰਧਾਨ ਮੰਤਰੀ ਦਾ ਕੋਈ ਇੱਕ ਅਧਿਕਾਰ ਲਿਖੋ। ਪ੍ਰਧਾਨ ਮੰਤਰੀ ਸਰਕਾਰ ਦੀ ਨੀਤੀ ਤਿਆਰ ਕਰਦਾ ਹੈ। ਠੀਕ ਹੈ। ਜਿੱਦਾਂ ਨੀਤੀ ਆਯੋਗ ਜਿਹਦਾ ਪਲੈਨਿੰਗ ਕਮਿਸ਼ਨ ਤੋਂ ਬਾਅਦ ਹੁਣ ਨੀਤੀ ਆਯੋਗ ਬਣਿਆ, ਉਹਦਾ ਵੀ ਚੇਅਰਮੈਨ ਇਹੀ ਹੁੰਦਾ ਹੈ। ਠੀਕ ਹੈ। ਉਹ ਮੰਤਰੀਆਂ ਵਿੱਚ ਤਬਦੀਲੀ ਕਰ ਸਕਦਾ ਹੈ, ਉਹਨਾਂ ਦੇ ਵਿਭਾਗ ਬਦਲ ਸਕਦਾ ਹੈ। ਠੀਕ ਹੈ। ਮੰਤਰੀ ਪਰਿਸ਼ਦ ਦੇ ਜਿਹੜੇ ਹੁੰਦੇ ਆ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਮ ਕੀ ਹੈ? ਸਰਵਉੱਚ ਅਦਾਲਤ, ਜਿਹਨੂੰ ਸੁਪਰੀਮ ਕੋਰਟ ਕਹਿੰਦੇ ਆ। ਸਰਵਉੱਚ ਅਦਾਲਤ ਹੈ ਕਿੱਥੇ? ਨਵੀਂ ਦਿੱਲੀ ਵਿੱਚ ਹੈ। ਇਹ 'ਚ ਕੁੱਲ ਕਿੰਨੇ ਜੱਜ ਹੁੰਦੇ ਹਨ? 26 ਜੱਜ ਹੁੰਦੇ ਹਨ। ਹੁਣ ਤੁਸੀਂ ਹੁਣ ਦੇਖ ਲਿਓ, ਜੱਜਾਂ ਦੀ ਗਿਣਤੀ ਜੇ ਚੇਂਜ ਹੋ ਗਈ ਆ। ਠੀਕ ਹੈ। ਆਈ ਥਿੰਕ ਮੇਬੀ 31, ਤੁਸੀਂ ਚੈੱਕ ਕਰ ਲਿਓ ਇੱਕ ਵਾਰੀ। ਸੁਪਰੀਮ ਕੋਰਟ ਦੇ ਜੱਜ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਕਿਸ ਨੂੰ ਹੈ? ਇਸ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਸੰਸਦ ਨੂੰ ਹੀ ਹੈ। ਠੀਕ ਹੈ। ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਲਈ ਕਿਹੜੀ ਇੱਕ ਯੋਗਤਾ ਹੋਣੀ ਜ਼ਰੂਰੀ ਹੈ? ਭਾਰਤ ਦਾ ਨਾਗਰਿਕ ਹੋਵੇ, ਉੱਚ ਅਦਾਲਤ ਵਿੱਚ ਜਾਂ 5 ਸਾਲ ਉਹ ਜੱਜ ਰਹਿ ਚੁੱਕਿਆ ਹੋਵੇ, 10 ਸਾਲ ਵਿੱਚ ਉਹਨੇ ਕਿਸੇ ਉੱਚ ਅਦਾਲਤ ਵਿੱਚ ਵਕਾਲਤ ਕੀਤੀ ਹੋਵੇ। ਸੁਪਰੀਮ ਕੋਰਟ ਦੇ ਕਿਹੜੇ ਅਧਿਕਾਰ ਖੇਤਰ ਹਨ? ਮੁੱਢਲਾ ਖੇਤਰ ਅਧਿਕਾਰ, ਅਪੀਲ ਖੇਤਰ ਅਧਿਕਾਰ ਤੇ ਸਲਾਹ ਦੇਣ ਸੰਬੰਧੀ ਅਧਿਕਾਰ। ਠੀਕ ਹੈ। ਤਿੰਨੋਂ ਹੀ ਕੰਮ ਕਰ ਸਕਦਾ ਹੈ। ਸਾਡੇ ਮੌਲਿਕ ਅਧਿਕਾਰ ਦਾ ਰਾਖਾ ਕੌਣ ਹੁੰਦਾ ਹੈ? ਸੁਪਰੀਮ ਕੋਰਟ ਹੀ ਹੁੰਦਾ ਹੈ। ਸਰਵਉੱਚ ਅਦਾਲਤ ਮੌਲਿਕ ਅਧਿਕਾਰਾਂ ਦੇ ਸੰਬੰਧ ਵਿੱਚ ਕਿਹੜਾ ਰਿਟ ਜਾਰੀ ਕਰ ਸਕਦਾ ਹੈ? ਇਹ ਪਰਮ ਆਦੇਸ਼ ਨਾਮ ਦਾ ਲੇਖ ਰਿਟ ਜਾਰੀ ਕਰ ਸਕਦਾ ਹੈ। ਅਪੀਲ ਕਿਸ ਨੂੰ ਕਹਿੰਦੇ ਹਨ? ਕਿਸੇ ਛੋਟੀ ਅਦਾਲਤ ਦੇ ਫੈਸਲੇ ਦੇ ਵਿਰੁੱਧ ਉੱਚ ਅਦਾਲਤ ਵਿੱਚ ਬੇਨਤੀ ਕਰਨ ਦੀ ਪ੍ਰਕਿਰਿਆ। ਮਤਲਬ ਜੇ ਛੋਟੀ ਅਦਾਲਤ ਵਿੱਚ ਉਹ ਫੈਸਲਾ ਨਹੀਂ ਨਿਪਟਿਆ, ਤੁਸੀਂ ਉਹਨੂੰ ਉੱਪਰ ਅੱਗੇ ਅਦਾਲਤ ਦੇ ਵਿੱਚ, ਠੀਕ ਹੈ, ਉਹਦੇ ਵਿਰੁੱਧ ਮਤਲਬ ਅਪੀਲ ਕਰ ਸਕਦੇ ਹਾਂ। ਕਿਹੜੇ 3 ਮਾਮਲਿਆਂ ਬਾਰੇ ਅਪੀਲਾਂ ਸੁਪਰੀਮ ਕੋਰਟ 'ਚ ਲਿਆਂਦੀਆਂ ਜਾ ਸਕਦੀਆਂ ਹਨ? ਕੋਈ ਸੰਵਿਧਾਨਿਕ ਪ੍ਰਸ਼ਨਾਂ, ਦੀਵਾਨੀ ਮੁਕੱਦਮਿਆਂ ਅਤੇ ਫੌਜਦਾਰੀ ਮੁਕੱਦਮਿਆਂ ਦੀਆਂ ਅਪੀਲਾਂ। ਕਿਹੜੇ ਸੰਵਿਧਾਨਿਕ, ਦੀਵਾਨੀ ਤੇ ਫੌਜਦਾਰੀ। ਸੁਪਰੀਮ ਕੋਰਟ ਦੇ ਇੱਕ ਅਧਿਕਾਰ ਦਾ ਵਰਣਨ ਕਰੋ। ਸੁਪਰੀਮ ਕੋਰਟ ਬੁਨਿਆਦੀ ਅਧਿਕਾਰ ਸੰਬੰਧੀ ਮੁਕੱਦਮਿਆਂ ਦਾ ਫੈਸਲਾ ਕਰਦੀ ਹੈ। ਜਿੰਨੇ ਵੀ ਅਧਿਕਾਰ ਆ, ਠੀਕ ਹੈ, ਉਹਨਾਂ ਦਾ ਫੈਸਲਾ ਕਰਦੀ ਹੈ। ਹਾਈ ਕੋਰਟ ਵੱਲੋਂ ਸੰਵਿਧਾਨਿਕ ਮਾਮਲਿਆਂ 'ਚ ਜੇ ਕੋਈ ਫੈਸਲਾ, ਉਹਦੇ ਵਿਰੁੱਧ ਵੀ ਉਹ ਅਪੀਲ ਸੁਣਾ ਸਕਦੀ ਹੈ। ਹੇਠਲੇ ਸਦਨ ਨੂੰ ਲੋਕ ਸਭਾ ਕਿਹਾ ਜਾਂਦਾ, ਉੱਪਰਲੇ ਸਦਨ ਨੂੰ ਰਾਜ ਸਭਾ ਕਿਹਾ ਜਾਂਦਾ ਹੈ। ਮਤਦਾਨ ਦੇਣ ਦੀ ਘੱਟੋ ਘੱਟ ਉਮਰ 18 ਸਾਲ ਹੈ। ਠੀਕ ਹੈ। ਨੈਕਸਟ ਹੈ ਜੀ, ਲੋਕ ਸਭਾ ਵਿੱਚ ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਆ। ਪੰਜਾਬ ਰਾਜ ਤੋਂ ਲੋਕ ਸਭਾ ਦੇ ਕਿੰਨੇ ਮੈਂਬਰ ਹੁਣ ਚੈੱਕ ਕਰ ਲੈਣੇ, ਦੇਖ ਲਿਓ। ਠੀਕ ਹੈ। ਹੁੰਦੇ ਲੋਕ ਸਭਾ ਵਿੱਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ? ਉੱਤਰ ਪ੍ਰਦੇਸ਼ ਤੋਂ ਹਨ ਸਭ ਤੋਂ ਜ਼ਿਆਦਾ, ਕਿਉਂਕਿ ਉੱਥੇ ਦੀ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਹੈ, ਸੋ ਉਸ ਅਕੋਰਡਿੰਗ ਹੀ ਹੁੰਦੇ ਆ। ਰਾਜ ਸਭਾ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਆ? 250। ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਕਿੰਨੇ ਹੁੰਦੇ ਆ? 12। ਤੁਹਾਨੂੰ ਪਤਾ ਹੈ ਲੋਕ ਸਭਾ 'ਚ 2 ਹੁੰਦੇ ਆ ਤੇ ਰਾਜ ਸਭਾ 'ਚ 12 ਹੁੰਦੇ ਆ। ਸੰਸਦ ਦੇ ਮੈਂਬਰ ਮੰਤਰੀ ਪਰਿਸ਼ਦ ਤੇ ਨਿਯੰਤਰਣ ਕਿਸ ਤਰ੍ਹਾਂ ਰੱਖਦੇ ਹਨ? ਤੁਹਾਨੂੰ ਹੁਣ ਦੱਸਿਆ ਸੀ, ਅਵਿਸ਼ਵਾਸ ਪੱਤਰ ਦੁਆਰਾ, ਜਿਹਨਾਂ ਉਹ ਸਾਰਿਆਂ ਨੂੰ ਹਟਾਇਆ ਜਾ ਸਕਦਾ ਹੈ। ਕਾਨੂੰਨ ਸੰਬੰਧੀ ਪ੍ਰਸਤਾਵ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜਾ ਬਿੱਲ ਹੁੰਦਾ ਉਸ ਨੂੰ ਹੀ ਕਿਹਾ ਜਾਂਦਾ ਹੈ। ਲੋਕ ਸਭਾ ਵਿੱਚ ਪਾਸ ਬਿੱਲ ਨੂੰ ਰਾਜ ਸਭਾ ਆਪਣੀਆਂ ਸਿਫਾਰਿਸ਼ਾਂ ਲਈ ਵੱਧ ਤੋਂ ਵੱਧ ਕਿੰਨੇ ਦਿਨ ਲਈ ਰੋਕ ਸਕਦੀ ਆ? ਵੱਧ ਤੋਂ ਵੱਧ 14 ਦਿਨ ਲਈ। ਭਾਰਤ ਵਿੱਚ ਵਾਸਤਵਿਕ ਕਾਰਜਪਾਲਿਕਾ ਇਸ ਟਾਈਮ ਕਿਹੜੀ ਹੈ? ਉਹ ਪ੍ਰਧਾਨ ਮੰਤਰੀ ਤੇ ਉਸਦਾ ਮੰਤਰੀ ਪਰਿਸ਼ਦ। ਇਹ ਬਹੁਤ ਇੰਪੋਰਟੈਂਟ ਕੁਐਸਚਨ। ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਨੂੰ ਘੱਟ ਕੌਣ ਜਾਂ ਮਾਫ਼ ਕੌਣ ਕਰ ਸਕਦਾ ਹੈ? ਰਾਸ਼ਟਰਪਤੀ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਨਾਂ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ। ਠੀਕ ਹੈ। ਸੰਸਦੀ ਪ੍ਰਣਾਲੀ ਵਿੱਚ ਡੈਸ਼ ਰਾਜ ਦੀ ਸਰਵਉੱਚ ਅਦਾਲਤ ਹੁੰਦੀ ਹੈ? ਸੰਸਦ। ਠੀਕ ਹੈ। ਅਦਾਲਤ ਨਹੀਂ, ਸੌਰੀ, ਸਰਵਉੱਚ ਸੰਸਥਾ, ਸਭ ਤੋਂ ਉੱਪਰ ਹੀ ਸੰਸਦ ਹੀ ਹੁੰਦੀ ਹੈ। ਰਾਜ ਸਭਾ ਦਾ ਸਭਾਪਤੀ ਉਪ ਰਾਸ਼ਟਰਪਤੀ ਹੁੰਦਾ ਹੈ, ਦੱਸਿਆ ਹੀ, ਬਹੁਤ ਇੰਪੋਰਟੈਂਟ ਹੈ। ਰਾਸ਼ਟਰਪਤੀ ਦਾ ਕਾਰਜਕਾਲ
5 ਸਾਲ ਹੁੰਦਾ ਹੈ। ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ ਕਰਦਾ ਹੈ। ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਸੰਸਦ ਨੂੰ ਪ੍ਰਾਪਤ ਹੈ। ਪੰਜਾਬ ਤੋਂ ਕਿੰਨੀਆਂ ਸੀਟਾਂ 'ਤੇ 13 ਲਿਖਿਆ, ਇੱਕ ਵਾਰੀ ਫਿਰ ਵੀ ਚੈੱਕ ਕਰ ਲੈਣਾ ਤੁਸੀਂ ਅਕੋਰਡਿੰਗ ਟੂ ਪ੍ਰੈਜ਼ੈਂਟ ਪਾਪੂਲੇਸ਼ਨ। ਲੋਕ ਸਭਾ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ? 550। ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਆ? ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਕਾਨੂੰਨ ਨੂੰ ਕੀ ਕਹਿੰਦੇ ਆ? ਵਿਧੇਇਕ ਕਹਿੰਦੇ ਆ ਜਿਹੜਾ, ਠੀਕ ਹੈ। ਸੰਸਦ ਦੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਆ? ਰਾਜ ਸਭਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਕੁਛ MCQs। ਭਾਰਤ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਦਾ ਪ੍ਰਧਾਨ ਕੌਣ ਹੁੰਦਾ ਹੈ? ਰਾਸ਼ਟਰਪਤੀ। ਰਾਸ਼ਟਰਪਤੀ ਲੋਕ ਸਭਾ ਨੂੰ ਕਿੰਨੇ ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ? 2। ਅਤੇ ਜੇ ਆ ਜਾਵੇ ਰਾਜ ਸਭਾ ਫਿਰ 12। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ ਰਾਜ ਦੀਆਂ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ। ਸਾਡੇ ਮੌਲਿਕ ਅਧਿਕਾਰਾਂ ਦਾ ਸੁਰੱਖਿਅਕ ਕੌਣ ਹੈ? ਸਰਵਉੱਚ ਅਦਾਲਤ। ਤੁਸੀਂ ਜੇ ਤੁਹਾਡਾ ਕੋਈ ਰਾਈਟ ਭੰਗ ਹੁੰਦਾ ਹੈ ਤੁਸੀਂ ਡਾਇਰੈਕਟਲੀ ਜੋ ਸੁਪਰੀਮ ਕੋਰਟ ਮੂਵ ਕਰ ਸਕਦੇ ਹਾਂ। ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 6 ਸਾਲ, ਠੀਕ ਹੈ। ਉਸ ਤੋਂ ਬਾਅਦ ਇਹਦੇ ਕੁਛ ਮਿਲਾਨ ਹੈ। ਮਹਾਦੋਸ਼, ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ, ਇੰਪੀਚਮੈਂਟ ਬੋਲਦੇ ਇਹਨੂੰ, ਠੀਕ ਹੈ। ਇੰਪੀਚਮੈਂਟ ਪ੍ਰੋਸੀਜਰ ਹੁੰਦਾ ਹੈ, ਠੀਕ ਹੈ। ਤਾਂ ਇਹ ਵਾਲਾ ਆਪਸ਼ਨ ਅਧਿਆਦੇਸ਼ ਆਪਾਂ ਕੀਤਾ ਸੀ ਅਸਥਾਈ ਕਾਨੂੰਨ। ਅਵਿਸ਼ਵਾਸ ਪ੍ਰਸਤਾਵ ਜਿਹੜਾ ਮੰਤਰੀ ਮੰਡਲ ਦਾ ਤਿਆਗ ਪੱਤਰ ਹੁੰਦਾ ਹੈ, ਠੀਕ ਹੈ। ਮੁੱਢਲਾ ਅਧਿਕਾਰ ਖੇਤਰ ਸਰਵਉੱਚ ਅਦਾਲਤ, ਤੁਸੀਂ ਸਿੱਧੇ ਉਹ 'ਚ ਜਾ ਸਕਦੇ ਹੋ, ਠੀਕ ਹੈ। ਇਹ ਸਾਰੇ ਇੰਪੋਰਟੈਂਟ ਕੁਐਸਚਨ ਮੈਂ ਤੁਹਾਨੂੰ ਕੇਂਦਰੀ ਸਰਕਾਰ ਦੇ ਕਰਵਾ ਦਿੱਤੇ ਆ। ਜੇ ਵੀਡੀਓ ਪਸੰਦ ਹੈ ਲਾਈਕ ਐਂਡ ਕਮੈਂਟ ਕਰਕੇ ਦੱਸ ਦੇਣਾ। ਥੈਂਕਸ ਫॉर ਵਾਚਿੰਗ ਦਾ ਵੀਡੀਓ।